ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਦ ਕਲਾਸਿਸ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪ੍ਰੈਸੀ ਦੀ, ਜਿਹੜਾ ਕਿ 10 ਮਾਰਕਸ ਲਈ ਆਏਗਾ ਤੁਹਾਨੂੰ, ਤੇ 10 ਦੇ ਵਿੱਚੋਂ 7 ਲੈਣ ਦੀ ਕੋਸ਼ਿਸ਼ ਕਰਨੀ ਹੈ ਤੁਸੀਂ। ਫਲॉलेस ਲਿਖੋਗੇ, ਪ੍ਰੈਜ਼ੈਂਟੇਬਲ ਲਿਖੋਗੇ ਔਰ ਇੰਪ੍ਰੈਸਿਵ ਲਿਖੋਗੇ ਤੇ 7 ਮਾਰਕਸ ਤੁਹਾਡੇ ਕੋਲ ਆ ਜਾਣਗੇ। ਲੇਕਿਨ ਅਗਰ ਤੁਹਾਡੇ ਸੈਂਟੈਂਸ ਦੀ ਗ੍ਰਾਮਰ ਗਲਤ ਹੈ ਤੇ ਮੈਂ ਇਹ ਕਹੂੰਗੀ ਜ਼ਰੂਰ ਤੋਂ ਜ਼ਰੂਰ ਕਿ ਉਹਨੂੰ ਚੰਗੀ ਤਰ੍ਹਾਂ ਠੀਕ ਕਰ ਲਓ, ਕਿਉਂਕਿ ਅਗਰ ਗ੍ਰਾਮਰ ਗਲਤ ਹੈ ਤੇ ਤੁਸੀਂ 5 ਔਰ ਉਹਦੇ ਬਿਲੋ ਮਾਰਕਸ ਹੀ ਲੈ ਪਾਓਗੇ। ਬੜੀ ਸੋਹਣੀ ਗੱਲ ਇੱਕ ਇੱਥੇ ਇਹ ਹੈ ਕਿ ਤੁਹਾਨੂੰ 2 ਮਾਰਕਸ ਜਿਹੜੇ ਆ ਉਹ ਟਾਈਟਲ ਦੇ ਮਿਲਦੇ ਆ, ਯਾਨੀ 8 ਮਾਰਕਸ ਤੁਹਾਡੇ ਕੰਟੈਂਟ ਤੇ ਹੈ। ਤੇ ਜੇ ਕੰਟੈਂਟ ਦੇ 8 ਮਾਰਕਸ ਹੈ ਤੇ ਉਹਦੇ ਵਿੱਚੋਂ ਅਗਰ ਅਸੀਂ ਕੋਸ਼ਿਸ਼ ਕਰੀਏ 5 ਵੀ ਲੈਣ ਦੀ ਤਾਂ ਬਹੁਤ ਵਧੀਆ ਹੈ, ਠੀਕ ਹੈ। ਬਾਕੀ 2 ਮਾਰਕਸ ਅਸੀਂ ਐਡ ਕਰਦੇ ਹਾਂ ਟਾਈਟਲ ਦੇ, ਔਰ ਟਾਈਟਲ ਵੀ ਅਕੋਰਡਿੰਗ ਟੂ ਦ ਪ੍ਰੈਸੀ ਹੋਣਾ ਚਾਹੀਦਾ ਹੈ। ਜਦੋਂ ਅਸੀਂ ਪ੍ਰੈਸੀ ਦੀ ਗੱਲ ਕਰੀਏ, ਜਨਰਲੀ ਲੋਕ ਕਹਿੰਦੇ ਆ ਕਿ 1/3 ਕਰ ਦਿਓ ਜੀ ਜਿਹੜੀ ਗਿਵਨ ਇਨਫੋਰਮੇਸ਼ਨ ਹੈ। ਬਿਲਕੁਲ ਠੀਕ ਹੈ ਜੀ, 1/3 ਕਰਨਾ ਹੈ, ਕੋਈ ਇਹਦੇ ਵਿੱਚ ਦਿੱਕਤ ਨਹੀਂ। ਪਰ ਰਾਜੇ 1/3 ਕਰਨ ਦਾ ਏਮ ਅਲੱਗ ਹੈ, ਰੀਪਰੋਡਿਊਸ ਕਰਨ ਦਾ ਏਮ ਅਲੱਗ ਹੈ। ਆਪਾਂ ਰੀਪਰੋਡਿਊਸ ਕਰਨਾ ਹੈ, ਆਫ ਕੋਰਸ ਵਰਡ ਲਿਮਿਟ ਅਸੀਂ 1/3 ਤੱਕ ਲੈ ਕੇ ਆਣੀ ਹੈ, ਪਰ ਜਿਹੜੀ ਗੱਲ ਕਹੀ ਗਈ ਹੈ ਉਸ ਗੱਲ ਨੂੰ ਅਸੀਂ ਦੁਬਾਰਾ ਕਹਿਣਾ ਹੈ, ਠੀਕ ਹੈ। ਔਰ ਜਦੋਂ ਅਸੀਂ ਦੁਬਾਰਾ ਕਹਿਣਾ ਹੈ ਤੇ ਉਹਨੂੰ ਅਸੀਂ ਆਪਣੇ ਲਫ਼ਜ਼ਾਂ ਵਿੱਚ ਕਹਿਣਾ ਹੈ। ਯੂ ਕੈਨ ਕਾਪੀ ਦ ਵਰਡ ਬਟ ਯੂ ਕੈਨ ਨਾਟ ਕਾਪੀ ਦ ਸੈਂਟੈਂਸ। ਔਰ ਵਰਡ ਵੀ ਕਾਪੀ ਕਿਉਂ ਕਰਨੇ, ਉਹਦੇ ਸਿਨੋਨਿਮ ਲੱਭੋ ਔਰ ਉਹਨੂੰ ਅੱਛੀ ਤਰ੍ਹਾਂ ਨਾਲ ਯੂਜ਼ ਕਰੋ। ਆਓ ਜੀ, ਪ੍ਰੈਸੀ ਰਾਈਟਿੰਗ। ਰਾਈਟ, ਪ੍ਰੈਸੀ ਰਾਈਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਜਿਹੜੀ ਆਪਾਂ ਬਿਲਕੁਲ ਕਨਸੈਂਟਰੇਟ ਕਰਨੀ ਹੈ ਉਹ ਕੀ ਹੈ? ਮੇਕ ਸ਼ੋਰ ਦ ਟਾਈਟਲ ਸ਼ੁੱਡ ਜਸਟੀਫਾਈ ਦ ਥੀਮ ਆਫ ਦ ਪੈਸੇਜ। ਇਹ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਸਮਝਣ ਦੀ ਲੋੜ ਹੈ ਕਿ ਤੁਹਾਡਾ ਜਿਹੜਾ ਐਸੇ ਹੈ, ਸੌਰੀ ਕੰਟੈਂਟ ਹੈ, ਉਹ ਪ੍ਰੈਸੀ ਦੇ ਟਾਈਟਲ ਦੇ ਨਾਲ ਮੈਚ ਕਰੇ। ਕਈ ਵਾਰੀ ਕੀ ਹੁੰਦਾ, ਬੱਚੇ 2 ਲਾਈਨਸ ਪੜ੍ਹਦੇ ਹੈ ਔਰ 2 ਲਾਈਨਸ ਪੜ੍ਹ ਕੇ ਟਾਈਟਲ ਡਿਸਾਈਡ ਕਰ ਲੈਂਦੇ ਹੈ, ਪਰ ਅੱਗੇ ਜਾ ਕੇ ਥੋਟ ਜਿਹੜਾ ਉਹ ਬਦਲ ਜਾਂਦਾ ਹੈ। ਰਾਈਟ, ਅੱਗੇ ਜਾ ਕੇ ਤੁਸੀਂ ਦੇਖਦੇ ਹੋ ਕਿ ਨਹੀਂ ਇਹਦੇ ਵਿੱਚ ਹੋਰ ਵੀ ਕੁਝ ਦਿੱਤਾ ਹੋਇਆ ਹੈ ਤੇ ਤੁਸੀਂ ਉਸ ਟਾਈਟਲ ਦੇ ਵਿੱਚ ਫਿਰ ਐਡ ਔਨ ਕਰਦੇ ਹੋ। ਰਾਈਟ, ਰਾਦਰ ਪਹਿਲੇ ਤੁਸੀਂ ਉਹਨੂੰ ਕੰਪਲੀਟ ਪੜ੍ਹ ਲਓ। ਇੱਕ ਟਾਈਟਲ ਜਿਹੜਾ ਸਾਰਾ ਤੁਹਾਡਾ ਕੰਟੈਂਟ ਜਸਟੀਫਾਈ ਕਰੇ, ਉਸ ਟਾਈਟਲ ਨੂੰ ਚੂਜ਼ ਕਰਕੇ ਤੁਸੀਂ ਆਪਣੀ ਪ੍ਰੈਸੀ ਦਾ ਟਾਈਟਲ ਬਣਾਓ। ਰਾਈਟ, ਔਰ ਇਹ ਸਭ ਤੋਂ ਗਲਤ ਅਪਰੋਚ ਹੈ ਜਿਹੜੇ ਲੋਕ ਕਹਿੰਦੇ ਨਾ ਕਿ ਪ੍ਰੈਸੀ ਅਸੀਂ ਲਿਖ ਲਈ ਫਿਰ ਅਸੀਂ ਟਾਈਟਲ ਲਿਖਿਆ। ਇਹ ਤੇ ਇਸ ਤਰ੍ਹਾਂ ਹੈ ਜਿਵੇਂ ਜਵਾਕ, ਮਤਲਬ ਤੁਸੀਂ ਸਕੂਲ ਭੇਜਤਾ, ਕਾਲਜ ਕਰਵਾਤਾ ਤੇ ਜਦੋਂ ਡਿਗਰੀ ਲੈਣ ਲੱਗੇ ਫਿਰ ਕਹਿੰਦੇ ਇਹਦਾ ਨਾਮ ਰੱਖ ਲਈਏ। ਨਹੀਂ ਨਾ, ਪਹਿਲੇ ਜਵਾਕ ਦਾ ਨਾਮ ਰੱਖਿਆ ਜਾਂਦਾ ਹੈ, ਫਿਰ ਉਹਨੂੰ ਸਕੂਲ ਜਾਂ ਕਾਲਜ ਭੇਜਿਆ ਜਾਂਦਾ ਹੈ। ਤੇ ਅਸੀਂ ਵੀ ਪ੍ਰੈਸੀ ਦਾ ਪਹਿਲਾਂ ਟਾਈਟਲ ਰੱਖਣਾ ਹੈ, ਫਿਰ ਉਸ ਤੋਂ ਬਾਅਦ ਪ੍ਰੈਸੀ ਕੰਪੋਜ਼ ਕਰਨੀ ਹੈ, ਠੀਕ ਹੈ ਜੀ। ਚਲੋ ਅਗਲੀ ਗੱਲ, ਕੁਝ ਪ੍ਰੈਸੀ ਦੇ ਬਾਰੇ ਕੁਝ ਚੀਜ਼ਾਂ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ। ਤੇ ਪਹਿਲਾ ਪੁਆਇੰਟ ਤੁਹਾਨੂੰ ਦਿੱਤਾ ਹੈ, ਦ ਪ੍ਰੈਸੀ ਸ਼ੁੱਡ ਬੀ ਇਨ all your words, it must not be the patchwork made up of the phrases and the sentences quoted from the original। ਪ੍ਰੈਸੀ ਤੁਹਾਡੇ ਸਾਰੇ ਆਪਣੇ ਸ਼ਬਦਾਂ ਦੇ ਵਿੱਚ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਲੱਗੇ ਵੀ ਉਹ ਤੁਸੀਂ ਉੱਥੋਂ ਪੈਚ ਵਰਕ ਜਿਹਾ ਕੋਟ ਜਿਹਾ ਉਠਾ ਲਿਆ, ਸੈਂਟੈਂਸ ਬਣਾ ਲਿਆ ਤੇ ਆਪਾਂ ਪ੍ਰੈਸੀ ਕਰ ਲਈ, ਠੀਕ ਹੈ। ਫਿਰ ਉਹ ਕਹਿੰਦੇ ਨੇ ਜਿੰਨਾ ਗੁੜ ਪਾਓ ਤੇ ਉਨਾ ਮਿੱਠਾ ਹੁੰਦਾ ਹੈ ਨਾ। ਤੇ ਇਹਦੇ ਵਿੱਚ ਵੀ ਉਹੀ ਹਿਸਾਬ ਆ ਜਾਣਾ ਵੀ ਜਿੰਨਾ ਤੁਸੀਂ ਆਪਣੀ ਕੰਪੋਜੀਸ਼ਨ ਪਾਉਂਗੇ ਇਹ ਉਨਾ ਹੀ ਅੱਛਾ ਰਹੇਗਾ। ਜਿੰਨਾ ਤੁਹਾਡੀ ਕੰਪੋਜੀਸ਼ਨ ਜਿਹੜੀ ਹੈ ਔਨ ਦ ਬੇਸਿਸ ਆਫ ਪੈਚ ਵਰਕ ਲੱਗੇਗੀ, ਉਨਾ ਹੀ ਕੰਪੋਜੀਸ਼ਨ ਵੀਕ ਲੱਗੇਗਾ। ਤੇ ਕੰਪੋਜੀਸ਼ਨ ਵੀਕ ਨਾ ਲੱਗੇ, ਇਸ ਲਈ ਅਸੀਂ ਬਹੁਤ ਜ਼ਰੂਰਤ ਦੀਆਂ ਚੀਜ਼ਾਂ ਯਾਦ ਰੱਖਣੀਆਂ ਹੈ ਕਿ ਪ੍ਰੈਸੀ ਦੇ ਵਿੱਚ ਸਭ ਤੋਂ ਲੋੜੀਂਦੀ ਚੀਜ਼ ਕੀ ਹੈ ਕਿ ਤੁਸੀਂ ਆਪਣੇ ਵਰਡਸ ਦੇ ਵਿੱਚ ਗਿਵਨ ਕੰਟੈਂਟ ਨੂੰ 1/3 ਕਰੋ, ਠੀਕ ਹੈ। ਫਿਰ ਦੂਸਰਾ ਹੈ, ਪ੍ਰੈਸੀ ਮਸਟ ਬੀ ਅ ਕੰਪਲੀਟ ਕਨੈਕਟਡ ਹੋਲ। ਜੇ ਤੁਹਾਨੂੰ ਪੈਸੇਜ ਇਸ ਤਰ੍ਹਾਂ ਦਿੱਤਾ ਹੋਇਆ ਕਿਸੇ ਵੇਲੇ ਨਾ, ਇਸ ਤਰ੍ਹਾਂ ਪੈਸੇਜ ਦਿੱਤਾ ਹੋਇਆ ਸੋਚੋ, ਤੇ ਪੈਸੇਜ ਦੇ ਵਿੱਚ ਇਸ ਤਰ੍ਹਾਂ ਕਰਕੇ ਫਿਰ ਉਸ ਤੋਂ ਬਾਅਦ ਬ੍ਰੇਕ ਮਾਰ ਕੇ ਫਿਰ ਇੱਕ ਪੈਸੇਜ ਦੇ ਕੇ ਫਿਰ ਉਸ ਤੋਂ ਬ੍ਰੇਕ ਮਾਰ ਕੇ ਫਿਰ ਇੱਥੋਂ ਹੀ ਇੱਕ ਪ੍ਰੈਸੀ ਲਿਖ ਕੇ ਇਸ ਤਰ੍ਹਾਂ ਦਾ ਅਗਰ ਲਿੱਤਾ ਹੋਇਆ, ਡਜ਼ਨਟ ਮੈਟਰ, ਤੁਸੀਂ ਇੱਕੋ ਹੀ ਪੈਰਾ ਲਿਖਣਾ ਹੈ, ਤੁਸੀਂ ਉਹਨੂੰ ਬ੍ਰੇਕ ਨਹੀਂ ਕਰਨਾ, ਠੀਕ ਹੈ। ਡਿਵੀਜ਼ਨ ਨਹੀਂ ਕਰਨੀ, ਪੈਰਾਗ੍ਰਾਫ ਨਹੀਂ ਡਿਵੀਜ਼ਨ ਕਰਨੇ, ਤੁਸੀਂ ਬਸ ਟਾਈਟਲ ਲਿਖਣਾ ਹੈ ਤੇ ਫਿਰ ਪ੍ਰੈਸੀ ਦੀ ਬੋਡੀ ਲਿਖਣੀ ਹੈ, ਕੰਪਲੀਟ ਇਟਸੈਲਫ। ਰਾਈਟ, ਫਿਰ ਆਂਦੇ ਜੀ ਕਿਹੜੇ ਸੈਕਸ਼ਨ। ਅੱਛਾ ਇਹ ਕਰ ਲਿਆ ਅਸੀਂ, ਅਗਲੀ ਗੱਲ ਤੇ ਆਉਂਦੇ ਹਾਂ। ਤੇ ਗੱਲ ਆਉਂਦੀ ਹੈ ਕਿ ਪ੍ਰੈਸੀ ਮਸਟ ਬੀ ਕੰਪਲੀਟ ਐਂਡ ਸੈਲਫ ਕੰਟੇਨਡ। ਪ੍ਰੈਸੀ ਕੰਪਲੀਟ ਹੋਣੀ ਚਾਹੀਦੀ ਹੈ। ਹੁਣ ਇਹਦੇ ਵਿੱਚ ਬੜੀ ਪਿਆਰੀ ਗੱਲ ਆਈ, ਅੱਜ ਹੀ ਮੈਂ ਸਵੇਰੇ ਪੜ੍ਹਾ ਰਹੀ ਸੀ ਜੁਡੀਸ਼ਰੀ ਦੇ ਬੱਚਿਆਂ ਨੂੰ,
ਤੇ ਉਹਦੇ ਵਿੱਚ ਨਾ ਇੱਕ ਸਟੂਡੈਂਟ ਨੇ ਕੀ ਕੀਤਾ ਕਿ ਪ੍ਰੈਸੀ ਲਿਖੀ, ਬਹੁਤ ਸੋਹਣੀ ਪ੍ਰੈਸੀ ਲਿਖੀ, ਲੇਕਿਨ ਉਹਦੇ ਵਿੱਚ ਹੀ ਉਹਨੇ ਕੀ ਕੀਤਾ ਕਿ ਐਸੈਂਸ਼ੀਅਲ ਐਲੀਮੈਂਟਸ ਜਿਹੜੇ ਸੀ ਪ੍ਰੈਸੀ ਦੇ ਵਿੱਚ, ਜਿਹੜੇ ਬਹੁਤ ਜ਼ਰੂਰੀ ਸੀਗੇ, ਉਹਨੇ ਉਹਨਾਂ ਨੂੰ 2 ਐਸੈਂਸ਼ੀਅਲ ਚੀਜ਼ਾਂ ਨੂੰ ਇਗਨੋਰ ਕੀਤਾ। ਹੁਣ ਮੈਂ ਅਗਰ ਤੁਹਾਡਾ ਐਗਜ਼ਾਮ ਚੈੱਕ ਕਰਦੀ ਪਈ ਹਾਂ, ਤੇ ਮੇਰਾ ਜਿਹੜਾ ਆਨਸਰ ਹੈ, ਉਸ ਆਨਸਰ ਦੇ ਵਿੱਚ ਜਿੰਨੇ ਵੀ ਪੁਆਇੰਟਸ ਮਤਲਬ ਮੈਨੂੰ ਬਹੁਤ ਇੰਪੋਰਟੈਂਟ ਲੱਗਦੇ ਆ, ਉਹਨਾਂ 'ਚ 2 ਮਿਸਿੰਗ ਹੋ ਗਏ, ਤੁਹਾਡੇ ਮਾਰਕਸ ਤਾਂ ਵੈਸੇ ਹੀ ਗਏ, ਹੈ ਨਾ? ਚਾਹੇ ਤੁਸੀਂ ਬਹੁਤ ਖੂਬਸੂਰਤ ਲਿਖਿਆ ਹੈ, ਚਾਹੇ ਤੁਸੀਂ ਬਹੁਤ ਇੰਪ੍ਰੈਸਿਵਲੀ ਲਿਖਿਆ ਹੈ, ਪਰ ਉਹ 2 ਚੀਜ਼ਾਂ ਜਿਹੜੀਆਂ ਤੁਸੀਂ ਨਹੀਂ ਲਿਖੀਆਂ, ਜਿਹੜੀ ਪ੍ਰੈਸੀ ਦੀ ਸੋਲ ਸੀਗੀ, ਉਹ ਤੁਸੀਂ ਕੱਢ ਦਿੱਤੀ, ਤੇ ਫਿਰ ਤੁਹਾਡਾ ਪ੍ਰੈਸੀ ਦਾ 'ਚ ਕੋਈ ਮਤਲਬ ਮਾਇਨੇ ਨਹੀਂ ਰੱਖਦਾ, ਤੇ ਉਹ ਪ੍ਰੈਸੀ ਜਿਹੜੀ ਹੈ ਉਹ ਗਲਤ ਪੈ ਜਾਊਗੀ, ਠੀਕ ਹੈ? ਆਓ ਜੀ, ਅਗਲੀ ਗੱਲ ਕਰਦੇ ਹਾਂ। ਇਟ ਇਜ਼ ਓਨਲੀ ਜਿਸਟ ਐਂਡ ਜਨਰਲ ਮੀਨਿੰਗ ਆਫ ਦ ਪੈਸੇਜ ਵਿਚ ਯੂ ਹੈਵ ਟੂ ਐਕਸਪ੍ਰੈਸ। ਪ੍ਰੈਸੀ ਦਾ ਇੱਕ ਜਨਰਲ ਆਈਡੀਆ ਤੁਸੀਂ ਦੇਣਾ ਹੈ। ਤੁਸੀਂ ਪੈਸੇਜ ਪੜ੍ਹਿਆ, ਉਹਦਾ ਇੱਕ ਜਨਰਲ ਆਈਡੀਆ ਤੁਸੀਂ ਦੇਣਾ ਹੈ। ਆਓ ਜੀ ਅੱਗੇ ਗੱਲ ਕਰੀਏ। A faithful reproduction of the main theme is the first essential of the summary, conciseness is the second। ਕਹਿ ਰਹੇ ਕਿ ਜਦੋਂ ਅਸੀਂ ਏਮ ਕਰੀਏ ਪ੍ਰੈਸੀ ਲਿਖਣ ਦਾ ਏਮ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਪ੍ਰੈਸੀ ਲਿਖਦੇ ਹਾਂ ਤੇ ਉਹਨੂੰ ਕੰਸਾਈਜ਼ ਕਰਨਾ ਹੈ, 1/3 ਕਰਨਾ ਹੈ। ਉਸ ਤੋਂ ਜ਼ਿਆਦਾ ਪ੍ਰਾਇਓਰਿਟੀ ਕੀ ਹੈ? ਉਸ ਤੋਂ ਜ਼ਿਆਦਾ ਪ੍ਰਾਇਓਰਿਟੀ ਕੀ ਹੈ? ਉਹਨੂੰ ਤੁਸੀਂ ਰੀਪਰੋਡਿਊਸ ਕਰਨਾ ਹੈ, ਠੀਕ ਹੈ? ਜੋ ਦਿੱਤਾ ਹੋਇਆ ਐਸੈਂਸ ਹੈ ਉਹਨੂੰ ਹੀ। ਨੈਕਸਟ ਆ ਜਾਈਏ ਜੀ, ਤੇ ਨੈਕਸਟ ਗੱਲ ਆਉਂਦੀ ਹੈ ਤੁਹਾਡੇ ਲਈ ਬੜੀ ਇੰਪੋਰਟੈਂਟ ਗੱਲ। ਦੇਖੋ ਕੀ ਲਿਖਿਆ ਕਿ ਯੂ ਆਰ ਨਾਟ ਬਾਉਂਡ ਟੂ ਫੋਲੋ ਦ ਓਰੀਜਨਲ ਆਰਡਰ ਆਫ ਦ ਥਾਟ ਆਫ ਦ ਪੈਸੇਜ to be summarized. If you can express its meaning more clearly and concisely by transposing any of the part, you can do it। ਤੁਹਾਨੂੰ ਇਸ ਤਰ੍ਹਾਂ ਨਹੀਂ ਹੈ ਪਹਿਲੀਆਂ 3 ਲਾਈਨ ਕੀਤੀਆਂ ਉਹਨੂੰ ਕਰ ਦਿੱਤਾ ਜੀ, ਸਮ ਅਪ ਕਰਤਾ, ਫਿਰ 3 ਲਾਈਨਾਂ ਦਿੱਤੀਆਂ ਉਹਨੂੰ ਸਮ ਅਪ ਕਰਤਾ, ਫਿਰ 4 ਲਾਈਨਾਂ ਲਿਖਤੀਆਂ ਉਹਨੂੰ ਸਮ। ਇਹ ਤੁਹਾਨੂੰ ਆਰਡਰ ਫੋਲੋ ਕਰਨ ਦੀ ਲੋੜ ਨਹੀਂ ਹੈ ਵੀ ਤੁਸੀਂ ਇਸ ਤਰ੍ਹਾਂ ਹੀ ਜਾਣਾ ਹੈ। ਸਾਨੂੰ ਲੱਗਦਾ ਹੈ ਕਿ ਸੈਕਿੰਡ ਲਾਈਨ ਤੋਂ ਮੈਂ ਚੱਕਾਂ ਜਾਂ 4th ਲਾਈਨ ਤੋਂ ਚੱਕਾਂ, ਜਾਂ ਮੈਂ ਲਾਸਟ ਲਾਈਨ ਤੋਂ ਪਹਿਲਾਂ ਆਪਣੀ ਲਾਈਨ ਚੱਕਾਂ, ਔਰ ਮੇਰਾ ਜੋ ਪ੍ਰੈਜੈਂਟੇਸ਼ਨ ਹੈ ਉਹ ਜ਼ਿਆਦਾ ਵਧੀਆ ਹੁੰਦਾ ਹੈ, ਤੇ ਤੁਸੀਂ ਇਹ ਕਰ ਸਕਦੇ ਹੋ। ਤੁਹਾਨੂੰ 1 2 3 4 ਵਾਲਾ ਆਰਡਰ ਫੋਲੋ ਕਰਨ ਦੀ ਲੋੜ ਨਹੀਂ ਹੈ ਕਿ ਜਿਹੜੀ ਪਹਿਲੀ 3 ਲਾਈਨਾਂ ਉਹਨੂੰ ਇੱਕ ਲਾਈਨ ਬਣਾਈਏ, ਫਿਰ 3 ਲਾਈਨਾਂ ਉਹਨੂੰ ਦੂਜੀ ਲਾਈਨ ਬਣਾਈਏ। ਇਹ ਵਾਲਾ ਪੈਟਰਨ ਨਹੀਂ ਹੈ, ਕੋਈ ਜ਼ਰੂਰਤ ਨਹੀਂ ਇਹਦੀ। ਬੜੀ ਇੰਪੋਰਟੈਂਟ ਚੀਜ਼, ਰੈਪੀਟੇਸ਼ਨ ਨਹੀਂ ਹੋਣਾ ਚਾਹੀਦਾ, ਠੀਕ ਹੈ? ਪ੍ਰੈਸੀ 'ਚ ਕਿਸੇ ਵੀ ਚੀਜ਼ ਦਾ, ਕਿਸੇ ਵੀ ਥਾਟ ਦਾ ਰੈਪੀਟੇਸ਼ਨ ਨਹੀਂ ਹੋਣਾ ਚਾਹੀਦਾ। ਰੈਪੀਟੇਸ਼ਨ ਤਾਂ ਇੰਨਾ ਕੁ ਮਤਲਬ ਇਹਦੇ ਵਿੱਚ ਨਾਗਵਾਰ ਹੈ ਕਿ ਅਗਰ ਤੁਸੀਂ ਰੈਪੀਟੇਸ਼ਨ ਕੀਤਾ ਤੇ ਉਹ ਕਾਊਂਟ ਹੁੰਦਾ ਹੈ ਕਿ ਉਹ ਤੁਸੀਂ ਵਰਡ ਲਿਖੇ ਹੀ ਨਹੀਂ, ਕਿਉਂਕਿ ਉਹ ਆਪਾਂ ਕੰਸਾਈਜ਼ ਕਰਦੇ ਪਏ ਹਾਂ, ਤੇ ਅਸੀਂ ਆਪਣੇ ਹੀ ਥਾਟ ਨੂੰ ਕਿਵੇਂ ਰਿਵਾਈਜ਼ ਕਰ ਸਕਦੇ ਹਾਂ ਨਾ, ਉਹ ਨਹੀਂ ਹੋ ਸਕਦਾ, ਠੀਕ ਹੈ? ਦੂਸਰੀ ਚੀਜ਼, ਇਹਦੇ ਵਿੱਚ ਵੀ ਰੀਡਿੰਗ ਕੰਪਰੀਹੈਂਸ਼ਨ ਵਾਂਗੂ ਤੁਹਾਡੇ ਆਪਣੇ ਥਾਟਸ ਦੀ ਕੋਈ ਵੈਲਿਊ ਨਹੀਂ ਹੈ, ਠੀਕ ਹੈ? ਜਿਹੜਾ ਪੈਸੇਜ ਦਿੱਤਾ ਹੋਇਆ ਉਹਨੂੰ ਹੀ ਕੰਸਾਈਜ਼ ਕਰੋ। ਆਪਣੇ ਕੋਲੋਂ ਕੋਈ ਵੀ ਮੈਟਰ ਆਪਾਂ ਇੱਥੇ ਨਹੀਂ ਲਗਾ ਸਕਦੇ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਯਾਦ ਰੱਖਣੀਆਂ ਹੈ। ਫਿਰ ਅਗਲੀ ਗੱਲ ਆਉਂਦੀ ਹੈ, ਤੁਹਾਡੀ ਪ੍ਰੈਸੀ ਦਿਖਣੀ ਕਿੱਦਾਂ ਦੀ ਚਾਹੀਦੀ ਆ। ਆਓ ਦੇਖੀਏ ਤੁਹਾਡੀ ਪ੍ਰੈਸੀ ਕਿਵੇਂ ਦਿਖਣੀ ਚਾਹੀਦੀ ਹੈ। ਇਸ ਤਰ੍ਹਾਂ ਦਿਖਣੀ ਚਾਹੀਦੀ ਹੈ ਤੁਹਾਡੀ ਪ੍ਰੈਸੀ। ਦੇਖੋ ਕਿੰਨੀ ਸੋਹਣੀ ਲੱਗਦੀ ਪਈ ਹੈ ਨਾ। ਟਾਈਟਲ ਦੀ ਜਗ੍ਹਾ 'ਤੇ ਤੁਸੀਂ ਟਾਈਟਲ ਲਿਖਣਾ ਹੈ ਐਕਚੁਅਲੀ, ਤੁਸੀਂ ਇੱਥੇ ਟਾਈਟਲ ਵਰਡ ਵੀ ਨਹੀਂ ਲਿਖਣਾ, ਤੇ ਤੁਹਾਨੂੰ ਇਹ ਚਾਹੀਦਾ ਵੀ ਇਹ ਸਾਰਾ ਸਪੇਸ ਜਦੋਂ ਤੁਸੀਂ ਯੂਟਿਲਾਈਜ਼ ਕਰਨਾ ਹੈ, ਠੀਕ ਹੈ? ਇਹ ਪ੍ਰੈਜੈਂਟੇਸ਼ਨ ਦੇ ਹਿਸਾਬ ਦੇ ਨਾਲ, ਵਰਡਸ ਗਿਵਨ, ਵਰਡਸ ਯੂਜ਼ਡ, ਇਸ ਹਿਸਾਬ ਦੇ ਨਾਲ। ਮੈਨੂੰ ਕੁਛ ਦੱਸਿਆ ਸੀਗਾ ਕਿ ਤੁਸੀਂ ਡਿਮਾਂਡ ਕਰ ਰਹੇ ਸੀਗੇ ਕਿ ਹੈਂਡਰਾਈਟਿੰਗ ਦੇ ਕੁਛ ਟਿਪਸ ਦੇ ਦਿਓ, ਠੀਕ ਹੈ? ਤੇ ਮੈਂ ਉਹ ਥੋੜ੍ਹਾ ਜਿਹਾ ਜਨਰਲੀ ਇੱਥੇ ਦੱਸਦੀ ਪਈ ਹਾਂ। ਇੱਕ ਤਾਂ ਬੈਡ ਰਾਈਟਿੰਗ ਹੁੰਦੀ ਹੈ, ਇੱਕ ਹੁੰਦੀ ਹੈ ਕਰਸਿਵ ਰਾਈਟਿੰਗ, ਇੱਕ ਹੁੰਦੀ ਹੈ ਬੈਡ ਕਰਸਿਵ ਰਾਈਟਿੰਗ। ਠੀਕ ਹੈ? ਇਹ ਕੰਬੀਨੇਸ਼ਨ ਬੜਾ ਹੀ ਡੇਂਜਰਸ ਹੈ, ਬਹੁਤ ਡੇਂਜਰਸ ਕੰਬੀਨੇਸ਼ਨ ਹੈ ਕਿ ਇੱਕ ਬੈਡ ਰਾਈਟਿੰਗ ਹੋਵੇ, ਉੱਪਰੋਂ ਦੀ ਕਰਸਿਵ ਲਿਖਦੇ ਹੋ। ਇਹ ਗੱਲ ਗਲਤ ਹੈ, ਠੀਕ ਹੈ? ਜੇ ਤੁਹਾਡੀ ਕਰਸਿਵ ਰਾਈਟਿੰਗ ਹੈ ਔਰ ਬੈਡ ਰਾਈਟਿੰਗ ਦੇ ਵਿੱਚ ਹੈ, ਤਾਂ ਤੁਸੀਂ ਕਰਸਿਵ ਲਿਖਣਾ ਬੰਦ ਕਰ ਲਓ, ਤੁਹਾਨੂੰ ਕਾਫੀ ਫਰਕ ਪੈ ਜਾਏਗਾ। ਆਓ ਜ਼ਰਾ ਇੱਕ ਗੱਲ ਕਰਦੇ ਹਾਂ। ਜਦੋਂ ਅਸੀਂ ਲਿਖ ਰਹੇ ਹਾਂ, ਐਗਜ਼ਾਮ ਦੇ ਵਿੱਚ ਲਿਖ ਰਹੇ ਹਾਂ, ਬਸ ਇੰਨੀ ਕੁ ਚੀਜ਼ ਦੀ ਲੋੜ ਹੈ ਕਿ ਤੁਸੀਂ ਜਿਹੜਾ ਵਰਡ ਲਿਖ ਰਹੇ ਹੋ, ਜੋ ਵੀ ਏ ਲਿਖ ਰਹੇ ਹੋ, ਸੀ ਲਿਖ ਰਹੇ ਹੋ, ਡੀ ਲਿਖ ਰਹੇ ਹੋ, ਉਹਨੂੰ ਉਹਦੀ ਰਿਕੁਆਇਰਡ ਸਪੇਸ ਜ਼ਰੂਰ ਦਿਓ। ਮੈਂ ਇਹ ਕਿਉਂ ਕਹਿ ਰਹੀ ਹਾਂ? ਕਿਉਂਕਿ ਕਈਆਂ ਨੇ, ਮੈਂ ਦੇਖਦੀ ਹਾਂ, ਇੱਦਾਂ ਲਿਖਿਆ ਡੀਅਰ। ਹੁਣ ਇਹ ਕਿਹੜਾ ਪੜ੍ਹ ਲੇਗਾ ਵੀ ਡੀਅਰ ਲਿਖਿਆ? ਡੀ ਦੇ ਵਿੱਚ ਹੀ ਈ ਆ ਗਿਆ, ਈ ਵਿੱਚ ਹੀ ਏ ਆ ਗਿਆ, ਔਰ ਆਰ ਆ ਗਿਆ। ਇੱਦਾਂ ਲੱਗਦਾ ਵੀ ਜੁਆਇੰਟ ਫੈਮਿਲੀ ਨੂੰ ਜਾਣ-ਬੁੱਝ ਕੇ 1-2 ਕਮਰਿਆਂ ਦੇ ਵਿੱਚ ਬੰਦ ਕਰਤਾ ਹੈ, ਠੀਕ ਹੈ? ਜੇ ਅਸੀਂ ਇਹਦਾ ਡੀਅਰ ਲਿਖਦੇ ਹਾਂ, ਡੀ, ਜਿੰਨਾ ਅਸੀਂ ਡੀ ਦਾ ਕਰਵ ਪਾਇਆ ਹੈ ਓਨਾ ਹੀ ਈ, ਤੇ ਓਨਾ ਹੀ ਅਸੀਂ ਏ, ਤੇ ਓਨਾ ਹੀ ਅਸੀਂ ਆਰ ਪਾਈਏ, ਤਾਂ ਇਹ ਸੈਂਟੈਂਸ ਜਿਹੜਾ ਡੀਅਰ ਹੈ ਉਹ ਅੱਛਾ ਦਿਖੇਗਾ, ਠੀਕ ਹੈ? ਹੁਣ ਤੁਸੀਂ ਆ ਗਿਵਨ ਸੈਂਟੈਂਸ ਦੇ ਵਿੱਚ ਵੀ ਦੇਖੋ, ਗਿਵਨ ਵਰਡ ਦੇ ਵਿੱਚ ਵੀ ਦੇਖੋ ਕੀ ਦਿੱਕਤ ਹੈ। ਦਿੱਕਤ ਇਹ ਹੈ ਕਿ ਡੀ ਤਾਂ ਤੁਹਾਡਾ ਪਲੇਸ ਕਰ ਰਿਹਾ ਨੀਚੇ,
ਲਾਈਨ ਨੂੰ ਟੱਚ ਕਰ ਰਿਹਾ ਹੈ, ਬਾਕੀ ਏ ਜਿਹੜਾ ਆ ਉਹ ਲਾਈਨ ਦੇ ਉੱਪਰ ਹੈ। ਐਂਡ ਤੀਸਰੀ ਚੀਜ਼ ਜਿਹੜੀ ਆਰ ਦਾ ਤੁਸੀਂ ਉਹ ਬਣਾਉਣਾ ਸੀ, ਕਰਵ ਬਣਾਉਣਾ ਸੀ, ਉਹ ਕੁਝ ਜ਼ਿਆਦਾ ਹੀ ਬਣਾਤਾ ਹੈ। ਤੇ ਇਸ ਲਈ ਡੀ ਨੂੰ ਅਸੀਂ ਪ੍ਰੋਪਰ ਸਪੇਸ ਦਿੱਤਾ, ਈ ਨੂੰ ਵੀ ਅਸੀਂ ਨੀਚੇ ਬਿਠਾਇਆ, ਏ ਨੂੰ ਵੀ ਅਸੀਂ ਨੀਚੇ ਤੱਕ ਟੱਚ ਕਰਵਾਇਆ, ਫਿਰ ਅਸੀਂ ਆਰ ਦੇ ਨਾਲ ਇਹਨੂੰ ਇੱਥੇ ਐਂਡ ਕਰ ਦਿੱਤਾ। ਬਸ ਇੰਨੀ ਕੁ ਗੱਲ ਹੈ ਵੀ ਅਸੀਂ ਇਹ ਚੀਜ਼ਾਂ ਦਾ ਧਿਆਨ ਰੱਖੀਏ, ਰਾਈਟ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਲਿਖਿਆ ਕਿ ਵਰਡਸ ਹੈ ਨਾ, ਇਸ ਤਰ੍ਹਾਂ ਅਸੀਂ ਲਿਖਿਆ ਕਿ ਵਰੀ, ਠੀਕ ਹੈ, ਵਰੀ। ਫਿਰ ਉਸ ਤੋਂ ਬਾਅਦ ਤੁਸੀਂ ਲਿਖਿਆ ਕਿ ਫੀਅਰ, ਵਰੀ ਐਂਡ ਫੀਅਰ। ਹੁਣ ਜਿਹੜਾ ਵਰੀ ਦੇ ਵਿੱਚ ਹੀ ਫੀਅਰ ਆ ਗਿਆ ਹੈ, ਇਹ ਗੱਲ ਗਲਤ ਹੈ। ਇਹ ਇਸ ਚੀਜ਼ ਦਾ ਧਿਆਨ ਰੱਖਣਾ ਰਾਜੇ, ਠੀਕ ਹੈ। ਆਪ ਨੂੰ ਹੈਂਡਰਾਈਟਿੰਗ ਕਰਦੇ ਹੋਏ ਇਹ ਚੀਜ਼ ਯਾਦ ਰੱਖਣੀ ਹੈ ਕਿ ਕੋਈ ਚੀਜ਼ ਓਵਰਲੈਪ ਕਰਦੀ ਨਾ ਹੋਵੇ। ਜਿਹੜੀ ਚੀਜ਼ ਦੇਖਣ 'ਚ ਹੀ ਚੰਗੀ ਨਹੀਂ ਹੈ ਤੇ ਉਹ ਚੀਜ਼ ਨੂੰ ਅਸੀਂ ਪੜ੍ਹਨ ਲੱਗਾਂਗੇ ਤੇ ਸਾਨੂੰ ਫਰਾਊਨਿੰਗ ਤਾਂ ਜ਼ਰੂਰ ਹੋਏਗੀ, ਔਰ ਇਹੀ ਇਰੀਟੇਸ਼ਨ ਜਿਹੜੀ ਹੈ ਉਹ ਤੁਹਾਡੇ ਮਾਰਕਸ ਜਿਹੜੇ ਆ ਘੱਟ ਕਰੇਗੀ। ਤੇ ਮੈਨੂੰ ਇੱਕ ਜਿੱਦਾਂ ਸੈਂਪਲ ਚਾਹੀਦਾ ਹੁੰਦਾ ਹੈ ਵੀ ਇਹਨੂੰ ਮੈਂ ਰਿਲੇਟ ਕਰ ਸਕਾਂ ਕਿ ਇਹ ਜੋ ਲਿਖਿਆ ਹੋਇਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਬਟ ਮੇਰੇ ਕੋਲ ਹਜੇ ਸੈਂਪਲ ਨਹੀਂ ਹੈ ਕਿਉਂਕਿ ਤੁਹਾਡੀ ਰਾਈਟਿੰਗ ਮੇਰੇ ਕੋਲ ਨਹੀਂ ਹੈ। ਮੈਂ ਪਰ ਕੁਝ ਟਿਪਸ ਦਊਂਗੀ, ਉਸ ਟਿਪਸ ਨੂੰ ਤੁਸੀਂ ਫੋਲੋ ਕਰਨਾ ਹੈ, ਠੀਕ ਹੈ। ਮੈਂ ਇਹ ਬਲੈਕ ਪੈਨ ਨਾ ਲੈ ਕੇ ਇੱਥੇ ਮੈਨੂੰ ਲੱਗਦਾ ਰੈੱਡ ਪੈਨ ਲਵਾਂ ਤੇ ਤੁਹਾਨੂੰ ਜ਼ਿਆਦਾ ਅੱਛਾ ਦਿਖੇਗਾ, ਹੈ ਨਾ। ਰੈੱਡ ਲੈ ਲੈਂਦੇ ਹਾਂ। ਬੜੇ ਧਿਆਨ ਨਾਲ ਗੱਲ ਸਮਝਣੀ ਹੈ, ਅੱਜ ਇਹ ਕੰਮ ਕਰ ਲਈਓ ਆਪਣੇ ਨਾਲ, ਠੀਕ ਹੈ। ਮੈਂ ਕਰਸਿਵ ਵੀ ਦੱਸਦੀ ਪਈ ਹਾਂ, ਔਰ ਮੈਂ ਤੁਹਾਨੂੰ ਇਹਦੇ ਵਿੱਚ ਦੂਸਰੀ ਜਿਹੜੀ ਆਮ ਅਸੀਂ ਲਿਖਦੇ ਹਾਂ, ਠੀਕ ਹੈ, ਆਮ ਲੋਕੀ ਲਿਖਦੇ ਆ, ਉਹ ਵੀ ਦੱਸਦੀ ਪਈ ਹਾਂ। ਦੇਖੋ ਜਦੋਂ ਅਸੀਂ ਕਰਸਿਵ ਲਿਖੀਦਾ ਤੇ ਏ ਗੋਜ਼ ਲਾਈਕ ਦਿਸ, ਏ ਬੀ, ਆਮ ਸੌਰੀ, ਇੱਥੇ ਨਾ ਥੋੜਾ ਜਿਹਾ ਲੈਗਿੰਗ ਹੁੰਦੀ ਹੈ ਇਹਦੀ ਤੇ ਮੈਨੂੰ ਪਤਾ ਨਹੀਂ ਲੱਗਦਾ, ਵਿੱਚ ਲੈਗਿੰਗ ਹੋਈ ਹੈ ਥੋੜੀ ਜਿਹੀ, ਠੀਕ ਹੈ। ਚਲੋ ਰਾਈਟ। ਤੁਸੀਂ ਅਗਰ ਕਰਸਿਵ ABC ਇਸ ਤਰ੍ਹਾਂ ਦੀ ਲਿਖ ਰਹੇ ਹੋ, ਠੀਕ ਹੈ, ਤੇ ਇਹ ਆਪਣੇ ਆਪ ਲਈ ਨਾ ਕਾਫੀ ਲੋਕਾਂ ਲਈ ਪ੍ਰੋਬਲਮ ਹੋ ਜਾਂਦੀ ਹੈ ਜਦੋਂ ਅਸੀਂ ਇਹਦੇ ਨਾਲ ਸਮਾਲ ਲੈਟਰਸ ਲਿਖਦੇ ਹਾਂ, ਠੀਕ ਹੈ। ਐਂਡ ਤੁਸੀਂ ਇੱਥੇ ਦੇਖਦੇ ਹੋ ਐਫ ਜੋ ਹੈ ਔਰ ਟੀ ਜੋ ਹੈ ਥੋੜਾ ਅਲੱਗ ਤਰ੍ਹਾਂ ਨਾਲ ਪਾਇਆ ਹੋਇਆ ਹੈ, ਤਾਂ ਇਹ ਥੋੜਾ ਜਿਹਾ ਮਿਸਲੀਡ ਕਰ ਜਾਂਦਾ ਹੈ, ਠੀਕ ਹੈ। ਇਸ ਲਈ ਤੁਸੀਂ ਆਪਣੀ ਰਾਈਟਿੰਗ ਦੇ ਵਿੱਚ ਜ਼ਰੂਰ ਦੇਖ ਲਿਓ ਕਿ ਤੁਸੀਂ ਠੀਕ ਲਿਖ ਰਹੇ ਹੋ ਜਾਂ ਨਹੀਂ। ਫਿਰ ABC ਦੀ ਸਮਾਲ ਦੀ ਗੱਲ ਕਰਦੇ ਹਾਂ, ਕਿਉਂਕਿ ਮੈਂ ਗੱਲ ਕਿਹਦੀ ਕਰਦੀ ਪਈ ਹਾਂ, ਮੈਂ ਗੱਲ ਕਰਦੀ ਪਈ ਹਾਂ ਕਰਸਿਵ ਰਾਈਟਿੰਗ ਦੀ। ਰਾਈਟ। ਹੁਣ ABCDEFGHI, ਠੀਕ ਹੈ, ਜਦੋਂ ਤੁਸੀਂ ਇਸ ਤਰ੍ਹਾਂ ਲਿਖਦੇ ਹੋ, ਠੀਕ ਹੈ, ਤੇ ਤੁਸੀਂ ਇਹ ਦੇਖ ਲਓ ਕਿ ਜਿੰਨਾ B ਹੈ, A ਹੈ, B ਹੈ, C ਹੈ, D ਹੈ, E ਹੈ, F, ਇਹ ਸਾਰੀਆਂ ਚੀਜ਼ਾਂ ਬਰਾਬਰ ਆਉਣੀਆਂ ਚਾਹੀਦੀਆਂ, ਠੀਕ ਹੈ। ਇਹ ਜੇ ਚੀਜ਼ਾਂ ਬਰਾਬਰ ਨਹੀਂ ਆਉਂਦੀਆਂ ਤੇ ਕਿਤੇ ਹੈਂਡਰਾਈਟਿੰਗ ਜਿਹੜੀ ਹੈ ਉਹ ਗੰਦੀ ਦਿਖਦੀ ਹੈ, ਠੀਕ ਹੈ। ਇਸ ਲਈ ਮੈਂ ਕਹੂੰਗੀ ਕਿ ਅਗਰ ਤੁਸੀਂ ਕਰਸਿਵ ਲਿਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਤੁਸੀਂ ਕਰਸਿਵ ਲਿਖਦੇ ਹੋਏ ਸਾਰੀ ਚੀਜ਼ ਜਿਹੜੀ ਹੈ ਉਹਨੂੰ ਤੁਸੀਂ ਸਹੀ ਲਿਖ ਰਹੇ ਹੋ, ਠੀਕ ਹੈ। ਅੱਛਾ, ਮੈਨੂੰ ਲੱਗਿਆ ਸੀਗਾ ਕਿ ਸਾਰਾ ਸ਼ਾਇਦ ਚਲਾ ਜਾਏਗਾ।
नहीं जानते, नहीं, 1 मिनट दो बस। और जे तुसी सिंपल लिख रहे हो, फॉर एग्जाम्पल A, B, C, D, E, F, G, H, I, J, K, L, M, N, O, P, Q, R, S, T, U, V, W, X, Y, Z, राइट। और तुसी सिंपल लिख रहे हो A B C, कर्सिव नहीं लिख रहे, A B C D E F G H I J K L M N O P Q R S T U V W X Y Z। बस ਇਹ ਯਾਦ ਰੱਖਣਾ ਹੈ ਕਿ ਤੁਸੀਂ ਇਹ ਚੀਜ਼ਾਂ ਨੂੰ ਸਿਮਿਲਰ ਰੱਖਿਓ, A B C ਇਹ ਜਿਸ ਤਰ੍ਹਾਂ ਜਾ ਰਿਹਾ ਨਾ, ਠੀਕ ਹੈ, ਇਹ ਚੀਜ਼ਾਂ ਨੂੰ ਸਿਮਿਲਰ ਰੱਖਿਓ। ਤੁਹਾਡੀ ਹੈਂਡਰਾਈਟਿੰਗ ਖੁਦ ਬ ਖੁਦ ਅੱਛੀ ਲੱਗੇਗੀ, ਖੁਦ ਬ ਖੁਦ ਇਹ ਅੱਛੀ ਦਿਖੇਗੀ ਹੈਂਡਰਾਈਟਿੰਗ। ਇੱਕ ਤਾਂ ਜਦੋਂ ਵੀ ਤੁਸੀਂ ਲਿਖ ਰਹੇ ਹੋ, ਕਰਸਿਵ ਲਿਖ ਰਹੇ ਹੋ, ਤੇ ਤੁਸੀਂ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਮਤਲਬ ਹਰ ਵਰਡ ਸਮਝ ਆਵੇ, ਲਿਖਣ ਦੇ ਵਿੱਚ ਹਰ ਵਰਡ ਸਮਝ ਆਵੇ। ਦੂਸਰਾ, ਜਦੋਂ ਤੁਸੀਂ ਇੰਸਾ ਲਿਖ ਰਹੇ ਹੋ, ਆਮ ਲਿਖ ਰਹੇ ਹੋ, ਤੇ ਤੁਸੀਂ ਇਹ ਕੋਸ਼ਿਸ਼ ਕਰੋ ਵੀ ਤੁਸੀਂ ਇੱਦਾਂ ਨਾ ਹੋਵੇ ਅੱਧੀ ਕਰਸਿਵ ਲਿਖਦੇ ਪਏ ਹੋ ਤੇ ਅੱਧਾ ਉਸ ਤਰ੍ਹਾਂ ਲਿਖਦੇ ਪਏ ਹੋ। ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਲਿਖ ਦਿੱਤਾ ਹੈ ਕਿ ਯੂ ਨੋ ਪ੍ਰੀ, ਠੀਕ ਹੈ, ਔਰ ਪ੍ਰੀ ਜਦੋਂ ਲਿਖਿਆ, ਠੀਕ ਹੈ, ਪ੍ਰੈਜ਼ੈਂਟ ਲਿਖਿਆ, ਰਾਈਟ। ਇਹ ਅਸੀਂ ਪੂਰਾ ਕੀ ਕੀਤਾ ਹੈ, ਪੀ ਲਿਖਿਆ, RES ਇਕੱਠਾ ਲਿਖਿਆ, ENT ਇਕੱਠਾ ਲਿਖਿਆ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ N ਜਿਹੜਾ ਦੇਖੋ ਕਿਤੇ ਨਾ ਕਿਤੇ ਉਹ ਸੈਕਰੀਫਾਈਸ ਹੋ ਗਿਆ। ਅਗਰ ਮੈਂ ਇੰਦਾ ਲਿਖਾਂ, ਸੌਰੀ, ਤੇ ਮੈਂ ਇੱਕ ਵਰਡ ਨੂੰ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਨਾਲ ਲਿਖ ਪਾਉਂਗੀ, ਠੀਕ ਹੈ। ਇਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਹੈ ਆਪਣੇ ਨਾਲ। ਆਓ ਜੀ ਅਗਲੀ ਗੱਲ ਕਰਦੇ ਹਾਂ ਪ੍ਰੈਸੀ ਦੀ, ਠੀਕ ਹੈ। ਪੂਰਾ ਪੈਸੇਜ ਪੜ੍ਹੋ, ਬੜੇ ਆਰਾਮ ਦੇ ਨਾਲ ਪੜ੍ਹੋ, ਠੀਕ ਹੈ। ਵੀਡੀਓ ਪੋਜ਼ ਕਰ ਲਓ ਤੇ ਆਪਣੇ ਲਈ ਪੜ੍ਹੋ ਇਹਨੂੰ, ਪੂਰੇ ਪੈਸੇਜ ਨੂੰ ਵਧੀਆ ਤਰ੍ਹਾਂ ਨਾਲ। ਆਈ ਹੋਪ ਤੁਸੀਂ ਪ੍ਰੈਸੀ ਪੂਰੀ ਪੜ੍ਹ ਲਈ ਹੋਏਗੀ। ਆਓ ਜ਼ਰਾ ਇਹਨੂੰ ਇੱਕ ਵਾਰੀ ਐਨਾਲਿਸਿਸ ਕਰੀਏ। A proper consideration of value of time will inspire the habit of punctuality. Value of time, right? Inspire the habit of punctuality. ਜਿਹੜੇ ਸਾਡੇ ਇੰਪੋਰਟੈਂਟ ਵਰਡਸ ਹੋਣਗੇ ਉਹਨੂੰ ਅਸੀਂ ਹਾਈਲਾਈਟ ਕਰਦੇ ਜਾਵਾਂਗੇ। ਇਹਨਾਂ ਤੋਂ ਬਿਨਾਂ ਸੈਂਟੈਂਸ ਬਣਾਉਣਾ ਥੋੜਾ ਰਿਸਕੀ ਜਿਹਾ ਹੋ ਜਾਏਗਾ, ਠੀਕ ਹੈ। Punctuality is politeness of kings, duty of gentlemen, necessity of men of business.
right? Nothing begets confidence in a man sooner than the practice of the virtue, and nothing shakes confidence sooner than want of it, right? uh, Confidence, right, is a virtue, ठीक है, and shakes confidence अगर ਇਹਦੀ want off ਹੋਵੇ, यानी कि ਇਹਦੀ ਲੋੜ मतलब ਇਹਦੀ ਕਮੀ ਹੋਵੇ, want off होना कमी होना. He who holds to his appointment and does not keep you waiting for him shows that he has regard for your time as well as your own. So regard for your time, appointment, right, as well as his own. बड़ी important चीज देते हुए. Thus, punctuality is one of the ways in which we show our personal respect for those whom we called upon to meet in the business life, right? Punctuality, right? Personal respect, business life, right? Highlighted चीज़ें हैं, ये ज़रूर essential part होना चाहिए. It is also consciousness in a manner, for an appointment is a contract, and he who does not keep it is guilty of breaking faith as well as dishonestly wasting others' time, right? Appointment, right? Matter of की है consciousness, right? And does not keep, right? Break faith and dishonestly wasting others' time. ठीक है? We naturally come to conclusion that a person who is careless of time will be careless about business. Careless about time, careless about business. Is not to be trusted with the transaction of important matters. When Washington secretary excused himself for being late and let the blame on his watch, his master quietly said, then you must have another watch or I have another secretary. ठीक है, वेल वाशिंगटन ਦਾ ਇਹ ਕੋਡ ਜਿਹੜਾ ਹੈ, ਠੀਕ ਹੈ, ਉਹ ਅਸੀਂ ਉਠਾਣਾ ਨਹੀਂ, ਠੀਕ ਹੈ, ਉਹਨਾਂ ਨੇ ਦਿੱਤਾ ਹੋਇਆ, ਬਟ ਨੋ ਯੂ نو एग्जाम्पल्स आर टेकन, ठीक है, एग्जाम्पल्स ਨੂੰ ਅਸੀਂ ਲੈਂਦੇ ਨਹੀਂ. इंपॉर्टेंट पॉइंट है, थिंक ऑफ अ टाइटल. टाइटल सोचो. थिंक ऑफ अ टाइटल. A proper consideration of value of time will inspire the habit of punctuality. Punctuality is politeness of king, duty of gentleman, necessity of men of business. Nothing begets confidence in a man sooner than the practice of this virtue, and nothing shakes confidence sooner than want of it, right? And holds to appointment, does not keep you waiting, regard for your time as well as on. Punctuality is, it shows personal respect, right, in business life. Also consciousness, appointment does not, अगर does not keep तो break होता है, faith break होता है, dishonestly आप दूसरों का time waste कर रहे हो, right? एंड बंदा केयरलेस लगता है, जो केयरलेस है टाइम के लिए वो बिजनेस के लिए भी केयरलेस है, इसलिए उसके साथ ट्रस्ट इश्यूज आते ही आते हैं. काइंडली थिंक ऑफ द टाइटल लॉन्ग बिफोर यू डू दिस प्रेसी, राइट? सो टाइटल आप लोगों ने देख लिया होगा. द टाइटल इज टाइम इररिडीमेबल, राइट? अच्छा, हो सकता है आपने इसका टाइटल कुछ और भी लिखा होगा, जैसे हम लिख सकते हैं पंक्चुअलिटी इज अ वर्च्यू, राइट? इस तरह से लिखा जा सकता है इसको, पंक्चुअलिटी इज अ वर्च्यू. अब देखो, आप में से कई लोग पता है क्या इसको टाइटल दे देंगे, वो कहेंगे हैबिट ऑफ पंक्चुअलिटी, हैबिट ऑफ पंक्चुअलिटी. ठीक है,
या फिर वो कह देंगे कि इम्पोर्टेंस ऑफ पंक्चुअलिटी, इम्पोर्टेंस ऑफ पंक्चुअलिटी। इम्पॉर्टेंस ऑफ पंक्चुअलिटी, राइट। या फिर हैबिट ऑफ पंक्चुअलिटी, या पंक्चुअलिटी इज वर्च्यू, या फिर मैं कहूँ टाइम इरिडीमेबल। जो भी मैं पैसेज का टाइटल लूँ, मेरी प्रेसी उसके अकॉर्डिंग होनी चाहिए, ठीक है। अब फिर से एक बार हम हाइलाइट्स पे जाएंगे, हम एक बार देखेंगे कि क्या क्या हाइलाइट्स था, उसको अच्छे से पढ़िए, आपके सामने है, ठीक है। आप अच्छे से पढ़िए। पहला दे रखा है क्या, द वैल्यू ऑफ टाइम, राइट। हैबिट ऑफ पंक्चुअलिटी, punctuality is politeness of kings, duty of gentlemen, necessity of men of business। पहले इन 3 लाइन को आप जो है वो कंसाइज करने की कोशिश करो, राइट। इन 3 लाइन को कंसाइज करने की कोशिश करो। वैसे मैं आपकी जानकारी के लिए बता दूं, ठीक है, टोटल वर्ड हैं आपके कितने, 195। अब 195 को अगर मैं बाय 3 करती हूँ तो 6 है ना, एंड 65 वर्ड्स चाहिए आपको, राइट। मेरे हिसाब से तो यही मैथ्स बनता, 65। 65 वर्ड्स चाहिए आपको। अब 65 वर्ड्स हमने लेने हैं। पहले यहाँ से लेके यहाँ तक हम इसको कंसाइज करते हैं, ठीक है। और जैसे ही जो भी हम कंसाइज करते रहेंगे, हम साथ में इसको पेन डाउन करते रहेंगे कि हमारे पास वर्ड कितने हुए, ठीक है। ट्राई करो इसको। तो हम यहाँ पे देखते हैं, ऑफ कोर्स पंक्चुअलिटी, राइट, से बात शुरू करते हैं। तो हमने देखा कि पंक्चुअलिटी जो है, वैल्यू ऑफ टाइम जो है, ठीक है, प्रॉपर कंसिडरेशन ऑफ वैल्यू ऑफ टाइम विल इंस्पायर हैबिट ऑफ पंक्चुअलिटी। सो हम ये कह सकते हैं पंक्चुअलिटी इज ड्रिवन बाय वैल्यू ऑफ टाइम। इतना कह सकते हैं, पंक्चुअलिटी इज ड्रिवन बाय, लिखते जाइए साथ साथ में, आपने अपना लिखा होगा, मेरा भी साथ में लिखते जाइए। पंक्चुअलिटी इज ड्रिवन बाय, पंक्चुअलिटी इज ड्रिवन बाय द वैल्यू ऑफ टाइम। वैल्यू ऑफ टाइम को भी हम कह सकते हैं punctuality is driven by the importance of time। punctuality is driven by the importance of time, ठीक है। इतनी हमने बात लिखी। अब यहाँ पे जो किंग है, ठीक है, जेंटलमैन है, या फिर बिजनेस की बात करें, ठीक है, सो इसको हम एक ही लाइन में लिखेंगे, ठीक है। अब इसे लिखने के लिए हम कह सकते हैं कुछ इस तरह से कि बी इट अ किंग, किंग को हम मोनार्क कह सकते हैं, बी इट अ मोनार्क, राइट, अ कॉमन मैन और अ बिजनेसमैन। बी इट अ मोनार्क, कॉमा,
अ कॉमन मैन, कॉमा, और अ बिजनेसमैन, और अ बिजनेसमैन। पंक्चुअलिटी इज इसेंशियल, पंक्चुअलिटी इज इसेंशियल। तो हमने इस बात को भी खत्म कर दिया यहाँ पे, ठीक है। नेक्स्ट आता है ये वाली लाइन, ठीक है। ये लाइन कहाँ तक जाती है? ये लाइन जाती है यहाँ तक, ठीक है, कि अगर ये है तो कॉन्फिडेंस है, अगर ये नहीं है तो ये इनकॉन्फिडेंट बना देता है, ठीक है, यहाँ पे। अब इसको यहाँ पे कहेंगे कि इट्स प्रेजेंस, इट प्रेजेंस, इट्स प्रेजेंस। इट्स कैसे कहा जाएगा बेटा? मैं यहीं पे ले लूँ ये वाला, है ना, और साथ साथ में हम लिख भी लेते हैं ताकि आपको याद भी रहे। ये तो सच में ऐसे है जैसे कॉपी में कर रही हूँ, रब कर रही हूँ। थोड़ा लैग होता है स्क्रीन पे इस तरह से। सी, अभी भी रह गया, हट जाओ। हाँ, अब हटे हैं, ठीक है। अब मैं बात कर रही हूँ इट्स प्रेजेंस। इट्स किसकी बात कर रही हूँ? पंक्चुअलिटी की। इट्स प्रेजेंस strengthens, strengthens a man and absence, its absence weakens him, weakens him, right? तो हम कह रहे हैं इट्स प्रेजेंस, किसकी प्रेजेंस? पंक्चुअलिटी की। strengthens a man and its absence weakens him, right? चलो, आप ना वीडियो पॉज करके लिख लेना, ठीक है, मैं आगे चल रही हूँ, आप वीडियो पॉज करके लिख लेना, ठीक है। फिर उसके बाद बात आती है किसकी? फिर बात कहता है, कह रहा ही होल्ड्स, अपॉइंटमेंट की बात करते हैं ना। अपॉइंटमेंट जो है कहते हैं इसे सीरियसली लेना चाहिए, क्योंकि इससे पता चलता है कि आप अपने टाइम की भी वैल्यू करते हो और दूसरों के टाइम की भी, ठीक है। और आपका जो अपॉइंटमेंट कीप करने की मतलब वजह है, वही ये बताता है कि आप अपने बिजनेस को लेके कितना सीरियस हो, ठीक है। तो पहले हम वो कीपिंग एन अपॉइंटमेंट वाला लिख लेते हैं, ठीक है, कि कीपिंग एन अपॉइंटमेंट बताता है कि आप टाइम को वैल्यू करते हो। इसी को दोबारा इस तरह से लिखते हैं, कीपिंग एन अपॉइंटमेंट, कीपिंग एन अपॉइंटमेंट exhibits the respect of time of both the parties, बी कैपिटल लिखेंगे नहीं, both the parties, ठीक है। इतना लिख के हम इसे खत्म कर देंगे। कीपिंग एन अपॉइंटमेंट एग्जिबिट्स द रिस्पेक्ट ऑफ टाइम ऑफ बोथ द पार्टीज, राइट। आई विश कि एकदम से ये सारा वो हो जाए, पर होता नहीं है ये, है ना। आप ज़रा इसको आराम से,
ठीक है, मैं लीव कर रही हूँ, वीडियो पॉज़ करके लिख लीजिएगा। फिर वो बिज़नेस के साथ रिलेट कर रहे हैं ना इसको, वो भी एक बार देख लेते हैं बात। तो बात क्या है, कह रहे कि अगर अब अभी हमने कर दिया कि जो कीपिंग अपॉइंटमेंट है उससे क्या पता चलता है कि दोनों के टाइम को वैल्यू कर रही है पार्टीज़ दोनों पार्टीज़ का टाइम वैल्यू हो रहा है। फिर कहते हैं जो बंदा अपॉइंटमेंट ही नहीं रख सकता, ठीक है? तो उसका क्या है, उसका बिज़नेस मतलब वो बिज़नेस को लेके कैसे सीरियस है और उससे ट्रस्ट इश्यूज़ भी हो जाते हैं। बस यहाँ तक हम बात ख़त्म कर देते हैं, ठीक है? यहाँ तक आपकी बात ख़त्म हो जानी चाहिए, ठीक है? तो दोबारा से इस चीज़ को लिखते हैं, कीपिंग वाला लिखा था, कीपिंग एन अपॉइंटमेंट, ठीक है? सो अगली बात मैं करूँ, राइट? फेलिंग टू कीप अपॉइंटमेंट। अब मैं कह रही हूँ फेलिंग टू कीप एन अपॉइंटमेंट इज टेंटामाउंट टू, टेंटामाउंट का मतलब होता है इक्वलेंट, इज टेंटामाउंट टू नॉनशैलेंस, नॉनशैलेंस इन बिजनेस। बिजनेस का बी जो है वो स्मॉल रहना चाहिए, इन बिजनेस, राइट? अब क्या बात कही मैंने कहा फेलिंग टू कीप एन अपॉइंटमेंट इज टेंटामाउंट टू नॉनशैलेंस इन बिजनेस। अगर आप अपनी अपॉइंटमेंट ही नहीं रख पा रहे हो तो ऐसा लग रहा है कि आप बिजनेस को लेके नॉनशैलेंट हो। नॉनशैलेंट होने का मतलब, नॉनशैलेंस का मतलब क्या होता है कि आप ज़्यादा सीरियस नहीं हो, नॉन सीरियसनेस इसको कहते हैं, ठीक है? तो ये लिखने के बाद यहाँ पे लास्ट लाइन जो हमारे पास आती है वो क्या आती है, नॉट टू बी ट्रस्टेड। ये तो मैंने आपको बताया था ना बेटा कि ये चीज़ को तो हम ले ही नहीं सकते, ये वाली चीज़ को तो हम ले ही नहीं पाएंगे, ठीक है? तो ये वॉशिंगटन वाली बात, इसको लेना ही नहीं है, ठीक है? तो अभी हम रह गए सिर्फ ट्रस्ट इश्यू पे, ठीक है? अब इसी के साथ हम लिख देते हैं मोर ओवर सच a behavior, such a behavior raises trust issues, trust issues। ਅਸੀਂ ਇਹ ਸਾਰਾ ਜਦੋਂ ਅਸੀਂ ਲਿਖ ਲਿਆ ਹੈ, ਠੀਕ ਹੈ, ਹੁਣ ਅਸੀਂ ਫਾਈਨਲ ਅਸੀਂ ਦੇਖੀਏ ਇਹ ਦਿਖਦਾ ਕਿਸ ਤਰ੍ਹਾਂ ਹੈ, ਰਾਈਟ? ਤੇ ਇਹ ਕੁਝ ਇਸ ਤਰ੍ਹਾਂ ਤੁਹਾਨੂੰ ਦਿਖੇਗਾ, ਦੇਖੋ ਜਦੋਂ ਅਸੀਂ ਟਾਈਟਲ ਲੈਂਦੇ ਹਾਂ, ਰਾਈਟ? ਤੇ ਇਹ ਕੁਝ ਇਸ ਤਰ੍ਹਾਂ ਦਾ ਦਿਖੇਗਾ, ਇੰਪੋਰਟੈਂਸ ਆਫ ਪੰਕਚੁਅਲਿਟੀ, ਰਾਈਟ? ਇੱਥੋਂ ਦੀ ਅਸੀਂ ਸ਼ੁਰੂ ਕਰਾਂਗੇ, ਰਾਈਟ? ਫਿਰ ਅਸੀਂ ਬੋਡੀ ਲਿਖਾਂਗੇ, ਫਿਰ ਅਸੀਂ ਲਿਖਾਂਗੇ ਕਿੰਨੇ ਵਰਡਸ ਅਸੀਂ ਦਿੱਤੇ ਹੋਏ ਸੀ ਸਾਨੂੰ ਤੇ ਕਿੰਨੇ ਵਰਡਸ ਅਸੀਂ ਯੂਜ਼ ਕੀਤੇ ਹੈ। ਜਿਹੜਾ ਮੈਂ ਤੁਹਾਨੂੰ ਲਿਖਵਾਇਆ ਹੁਣ ਇਕਸਾਰ ਦੇ ਵਿੱਚ ਲਿਖਿਆ ਹੋਇਆ ਹੈ, ਦੇਖੋ ਜ਼ਰਾ। ਵੈਲਿਊ ਆਫ ਟਾਈਮ ਇਜ਼ ਅ ਡਰਾਈਵਿੰਗ ਫੋਰਸ ਆਫ ਪੰਕਚੁਅਲਿਟੀ, ਬੀ ਇਟ ਮੋਨਾਰਕ, ਕਿੰਗ ਲਈ ਯੂਜ਼ ਕੀਤਾ, ਅ ਕਾਮਨ ਮੈਨ ਔਰ ਅ ਬਿਜ਼ਨਸ ਟਾਈਕੂਨਸ। Punctuality is the prerequisite. Its presence strengthens a man, its absence weakens him. Keeping an appointment exhibits commitment, and failing to sustain it shows nonchalance. And such a behavior is tantamount to breach of interest, right? ਤੇ ਇਹ ਸਾਡਾ ਸੈਂਟੈਂਸ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਫਾਰਮ ਹੋ ਗਿਆ, ਠੀਕ ਹੈ? ਹੋਰ ਵੀ ਬਹੁਤ ਸਾਰੇ ਪ੍ਰੈਸਿਸ ਅਸੀਂ ਕਰਾਂਗੇ, ਜਿਵੇਂ 5 ਅਸੀਂ ਰੀਡਿੰਗ ਕੰਪਰੀਹੈਂਸ਼ਨ ਕੀਤੇ, 4 ਕੀਤੇ ਹੈ, 5ਵਾਂ ਤੁਹਾਨੂੰ ਦੇਣਾ ਹੈ ਹਜੇ। ਇਸੇ ਤਰ੍ਹਾਂ ਅਸੀਂ 5 ਜਿਹੜੀਆਂ ਪ੍ਰੈਸਿਸ ਨੇ ਉਹ ਨਾਲੋਂ ਨਾਲ ਕਰਾਂਗੇ। ਤੁਸੀਂ ਆਪਣੀ ਪ੍ਰੈਸਿਸ ਜਿਹੜੀ ਲਿਖੀ ਹੈ ਉਹਨੂੰ ਵੀ ਕਿਸੇ ਤੋਂ ਚੈੱਕ ਜ਼ਰੂਰ ਕਰਵਾਇਓ, ਕਿਉਂਕਿ ਇੱਕ ਵਾਰੀ ਐਨਾਲਿਸਿਸ ਜ਼ਰੂਰ ਹੋਣਾ ਚਾਹੀਦਾ ਵੀ ਤੁਸੀਂ ਫਲॉलेस ਲਿਖ ਰਹੇ ਹੋ। ਦਿਸ ਇਜ਼ ਆਲ ਫॉर ਟੁਡੇ। ਵਿਸ਼ ਯੂ ਆਲ ਦ ਬੈਸਟ। ਕੀਪ ਲਰਨਿੰਗ। ਜੈ ਹਿੰਦ।